साध संगत जी, आओ एक बारी मन तन करके गज के आखिए धन धन श्री सतगुरु जगजीत सिंह जी। विसाखी दा दिहाड़ा एक साडा पुरातन परंपरा दा एक त्योहार धार्मिक चिन्ह नाल भरिया होया है। ਭਾਰਤ ਦੇਸ਼ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਹਨ, ਸਮਾਗਮ ਹਨ ਤੇ ਮੇਲੇ ਹਨ। ਹਰ ਜਾਤ, ਹਰ ਮਜ਼ਹਬ ਦਾ ਆਪਣਾ ਆਪਣਾ ਤਿਉਹਾਰ ਹੈ, ਸਮਾਗਮ ਹੈ ਤੇ ਮੇਲੇ ਹਨ। ਸਾਡੇ ਦੇਸ਼ ਦੀ ਸਨਾਤਨੀ ਸੰਸਕ੍ਰਿਤੀ ਬਹੁਤ ਵਿਸ਼ਾਲ ਹੈ। ਇਹ ਸੰਸਕ੍ਰਿਤੀ ਹੀ ਤੇ ਇਹ ਤਿਉਹਾਰ, ਸਮਾਗਮ ਜਾਂ ਮੇਲੇ ਕਿਸੇ ਵੀ ਰੂਪ ਵਿੱਚ ਹੋਣ, ਇਹ ਪਿਆਰ ਦਾ ਤੇ ਭਾਈਚਾਰਾ ਦਾ ਅਥਾਹ ਸੰਦੇਸ਼ ਦਿੰਦੇ ਹਨ। ਭਾਰਤ ਦੇਸ਼ ਇੱਕ ਸਰਬੰਗ ਦੇਸ਼ ਹੈ। ਉਹ ਇਸ ਤਰ੍ਹਾਂ ਕਿ ਸਰਬੰਗ ਤੋਂ ਮਤਲਬ ਹੁੰਦਾ ਸਰਬ ਰੰਗ, ਜਿਹਦੇ ਵਿੱਚ ਸਭ ਰੰਗ ਹੋਣ। ਸਾਡੇ ਦੇਸ਼ ਵਿੱਚ ਹਰ ਤਰ੍ਹਾਂ ਦਾ ਮੌਸਮ ਹੈ, ਠੰਡ, ਗਰਮੀ, ਬਾਰਿਸ਼, ਬਸੰਤ, ਪਤਝੜ ਇਤਿਆਦਿਕ। ਪਰ ਕਈਆਂ ਦੇਸ਼ਾਂ ਵਿੱਚ ਜੇ ਠੰਡ ਹੈ ਤੇ ਠੰਡ ਹੀ ਰਹਿੰਦੀ ਹੈ, ਜੇ ਗਰਮੀ ਹੈ ਤੇ ਗਰਮੀ ਹੀ ਰਹਿੰਦੀ ਹੈ। ਪਰ ਭਾਰਤ ਸਰਬੰਗ ਮੌਸਮ ਦੇਸ਼ ਹੈ। ਇਹਦੇ ਵਿੱਚ ਹਰ ਤਰ੍ਹਾਂ ਦੇ ਮੌਸਮ ਨੇ, ਸਰਬ ਰੰਗ ਦੇ ਮੌਸਮ। ਇਸੇ ਤਰ੍ਹਾਂ ਇਸ ਵਿੱਚ ਹਰ ਜਾਤ ਦਾ, ਹਰ ਮਜ਼ਹਬ ਦਾ ਬੰਦਾ ਨਿਵਾਸ ਕਰਦਾ ਹੈ, ਹਰ ਧਰਮ ਦਾ। ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨ ਮਤ, ਬੋਧੀ ਮਤ, ਫਾਰਸੀ ਮਤ, ਹੋਰ ਵੀ ਇਤਿਆਦਿਕ ਜਿਤਨੀਆਂ ਮਤਾਂ ਹਨ, ਜਿਤਨੇ ਪੰਥ ਹਨ। ਪਰ ਕਈ ਦੇਸ਼ ਐਸੇ ਵੀ ਹਨ ਕਿ ਉਹ ਸਾਰਾ ਦੇਸ਼ ਇੱਕੋ ਹੀ ਧਰਮ ਨਾਲ ਸਮਾਇਆ ਹੋਇਆ ਹੈ। ਜੇ ਉਸ ਧਰਮ ਦੇ ਵਿੱਚ ਸਾਰੀ ਈਸਾਈਅਤ ਹੀ ਈਸਾਈਅਤ ਹੈ ਤੇ ਉਹ ਦੇਸ਼ ਦੇ ਵਿੱਚ ਵੀ ਈਸਾਈਅਤ ਹੀ ਹੈ। ਜੇ ਮੁਸਲਿਮ ਕੰਟਰੀ ਹੈ ਤੇ ਤਕਰੀਬਨ ਸਾਰੇ ਜ਼ਿਆਦਾ ਤੋਂ ਜ਼ਿਆਦਾ ਉਹਦੇ ਵਿੱਚ ਮੁਸਲਮਾਨ ਹੀ ਹਨ। ਪਰ ਇਹ ਵੀ ਗੁਣ ਸਾਡੇ ਦੇਸ਼ ਦੇ ਹਿੱਸੇ ਆਇਆ ਕਿ ਭਾਰਤ ਸਰਬੰਗ ਧਰਮ ਦੇਸ਼ ਹੈ। ਸਾਰਿਆਂ ਰੰਗਾਂ ਦਾ ਧਰਮ ਇਸ ਦੇਸ਼ ਦੇ ਵਿੱਚ ਹੈਗਾ। ਇਸੇ ਲਈ ਇਸ ਵਿੱਚ ਹਰ ਮਜ਼ਹਬ ਦਾ ਤਿਉਹਾਰ, ਸਮਾਗਮ ਬੜੇ ਚਾਅ ਤੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਉੱਤਰ ਭਾਰਤ ਦਾ ਇੱਕ ਐਸਾ ਹੀ ਤਿਉਹਾਰ ਹੈ ਵਿਸਾਖੀ, ਜੋ ਬਹੁਤ ਰਾਸ਼ਟਰੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੈ। ਸਰਦੀਆਂ ਖਤਮ ਹੋ ਰਹੀਆਂ ਹੁੰਦੀਆਂ ਨੇ ਤੇ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ। ਇਸੇ ਸਮੇਂ ਵਿੱਚ ਪੰਜਾਬ ਦੀ ਧਰਤੀ ਉੱਤੇ ਕਣਕ ਦੀ ਫਸਲ ਸਾਰੀ ਦੀ ਸਾਰੀ ਧਰਤੀ ਭਰਪੂਰ ਪਈ ਹੁੰਦੀ ਹੈ ਤੇ ਇਸ ਫਸਲ ਦੀ ਕਟਾਈ ਕਿਸਾਨਾਂ ਨੂੰ ਖੁਸ਼ਹਾਲ ਹੋਣ ਦਾ ਮੌਕਾ ਪ੍ਰਦਾਨ ਕਰਦੀ ਹੈ। ਆਖਰ ਫਸਲ ਦੀ ਜਿਹੜੀ ਸਾਂਭ ਸੰਭਾਲ ਬਹੁਤ ਚਿਰਾਂ ਤੋਂ ਹੋ ਰਹੀ ਸੀ, ਉਹ ਮੁੱਕ ਜਾਂਦੀ ਹੈ ਤੇ ਹੁਣ ਆਪਣੀ ਮਿਹਨਤ ਕੀਤੀ ਦਾ ਫਲ ਵੱਢਣ ਦਾ ਵੇਲਾ ਸਿਰ ਪੁੱਜ ਜਾਂਦਾ ਹੈ। ਜਿਸ ਤਰ੍ਹਾਂ ਉਹ ਇੱਕ ਆਮ ਕਹਾਵਤ ਹੈ ਨਾ, ਜੱਟਾ ਆਈ ਵਿਸਾਖੀ ਤੇ ਮੁੱਕ ਗਈ ਕਣਕਾਂ ਦੀ ਰਾਖੀ। ਕਿਸਾਨ ਆਪਣੀ ਫਸਲ ਕੱਟਦਾ ਹੈ ਤੇ ਪਹਿਲੀ ਕੱਟੀ ਹੋਈ ਫਸਲ ਘਰ ਲਿਆ ਕੇ ਆਪਣੇ ਇਸ਼ਟ ਦੇਵ ਨੂੰ ਮੱਥਾ ਟੇਕ ਕੇ ਪ੍ਰਸ਼ਾਦ ਦੇ ਤੌਰ ਤੇ ਵੰਡੀ ਜਾਂਦੀ ਹੈ। ਸੋ ਵਿਸਾਖੀ ਦੇ ਲਾਗੇ ਜਾਗੇ ਹੀ ਪ੍ਰਕਿਰਤੀ ਨਵਾਂ ਰੂਪ ਲੈਂਦੀ ਹੈ ਤੇ ਸੂਰਜ ਦਾ ਤੇਜ ਵੱਧਦਾ ਹੈ ਤੇ ਸ਼ੀਤ ਲਹਿਰ ਦੀ ਬੁਨਿਆਦ ਮੁੱਕਦੀ ਹੈ। ਕਿਉਂਕਿ ਵਿਸਾਖੀ ਤੱਕ ਸਾਰੇ ਕਿਸਾਨ ਫਸਲ ਪੱਕਣ ਦੀ ਉਡੀਕ ਕਰਦੇ ਹਨ ਤੇ ਵਿਸਾਖੀ ਤੋਂ ਬਾਅਦ ਵੱਢਣੀ ਜਾਂ ਕੱਟਣੀ ਸ਼ੁਰੂ ਕਰਦੇ ਹਨ। ਤੇ ਵਿਸਾਖੀ ਵਾਲੇ ਦਿਨ ਕਈ ਕਿਸਾਨ, ਜੇ ਪੱਕੀ ਹੋਵੇ ਤੇ ਠੀਕ, ਤੇ ਜੇ ਕਿਤੇ ਹਜੇ ਕਿਸਾਨ ਦੀ ਫਸਲ ਅੱਧ ਪੱਕੀ ਹੈ ਤੇ ਉਹ ਵਿਸਾਖੀ ਵਾਲੇ ਦਿਨ ਥੋੜ੍ਹੀ ਜਿਹੀ ਕੱਟ ਕੇ ਸਗਨ ਜ਼ਰੂਰ ਕਰਦਾ ਹੈ। ਫਸਲ ਦੀ ਕਟਾਈ ਦੇ ਨਾਲ ਨਾਲ
ਉਸ ਨੂੰ ਖੁਸ਼ਹਾਲ ਹੋਣ ਦਾ, ਘਰ ਵਿੱਚ ਤਰੱਕੀ, ਬਿਹਤਰੀ ਤੇ ਹੋਰ ਰਿਜ਼ਕ ਵਧਣ ਦਾ ਇਹ ਇੱਕ ਸਰੋਤ ਹੈ। ਖੇਤਾਂ 'ਚ ਫਸਲ ਦੇ ਰੰਗ ਬਦਲ ਗਏ ਹੁੰਦੇ ਨੇ। ਜਿਸ ਤਰ੍ਹਾਂ ਇੱਕ ਗੀਤ ਦੀ ਪੰਕਤੀ ਹੈ ਨਾ, ਯਾਦ ਰੱਖਦਾ ਵਿਸਾਖੀ ਉਹਨੇ ਦੇਖਿਆ ਹੁੰਦਾ ਜੇ, ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ। ਸੋ ਭਾਰਤ ਦੇ ਸੌਰ ਪੰਚਾਰਾਂ ਦੇ ਆਧਾਰ 'ਤੇ ਹਰ ਸਾਲ 13 ਅਪ੍ਰੈਲ ਅਤੇ 36ਵੇਂ ਸਾਲ ਨੂੰ 14 ਅਪ੍ਰੈਲ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸਾਲ ਭਰ ਲਈ ਪਿੰਡੋਂ ਬਾਹਰ ਕੰਮ ਕਰਨ ਗਏ ਲੋਕ ਜਾਂ ਵਿਦੇਸ਼ ਕੰਮ ਕਰਨ ਗਏ ਲੋਕ, ਜਿਹੜੇ ਵਤਨ ਛੱਡ ਕੇ ਰੋਟੀ ਲਈ ਬੇਵਤਨ ਹੋਏ, ਜ਼ਿਆਦਾਤਰ ਲੋਕ ਵਿਸਾਖੀ ਦੇ ਇਸ ਉੱਤਮ ਤਿਉਹਾਰ 'ਤੇ ਹੀ ਥੋੜ੍ਹੇ ਸਮੇਂ ਲਈ ਆਪਣੇ ਪਿੰਡਾਂ ਘਰਾਂ ਨੂੰ ਸਾਲਾਂ ਬਾਅਦ ਆਉਂਦੇ ਹਨ ਅਤੇ ਆ ਕੇ ਕਈ ਫਸਲ ਕਟਾਈ ਵਿੱਚ ਵੀ ਹੱਥ ਵਟਾਉਂਦੇ ਹਨ। ਸੋ ਇਹ ਭਰਾ, ਪਤੀ, ਪਿਤਾ ਜਾਂ ਪੁੱਤਰ ਦੇ ਘਰ ਵਾਪਸ ਆਉਣ ਦਾ ਵੀ ਪਰਵ ਹੈ। ਵਿਸਾਖੀ ਦਾ ਦਿਨ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਸਗੋਂ ਕਰੋੜਾਂ ਸਾਲ ਪੁਰਾਣਾ ਹੈ। ਵੇਦਾਂ ਸ਼ਾਸਤਰਾਂ ਅਨੁਸਾਰ ਇਸ ਸ੍ਰਿਸ਼ਟੀ ਦੀ ਉਮਰ 14 ਮਨਵੰਤਰ ਦੱਸੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਤਾਂ ਲਿਖਦੇ ਹਨ, ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ ਸੋਈ। ਜਿਹਨੇ ਸਾਜੀ ਹੈ ਉਹ ਜਾਣਦਾ। ਪਰ ਖੈਰ, ਵਿਦਵਾਨਾਂ ਦੇ ਮਤਾਂ ਅਨੁਸਾਰ ਤੇ ਵੇਦਾਂ ਸ਼ਾਸਤਰਾਂ ਵਿੱਚ ਇਸ ਸ੍ਰਿਸ਼ਟੀ ਦੀ ਉਮਰ 14 ਮਨਵੰਤਰ ਦੀ ਉਮਰ ਹੈ, ਜਿਸ ਦਾ ਹਿਸਾਬ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ 42 ਅਰਬ 94 ਕਰੋੜ 8 ਲੱਖ ਦੇ ਕਰੀਬ ਬਣਦੀ ਹੈ 14 ਮਨਵੰਤਰ ਦੀ ਉਮਰ। ਤੇ 4 ਯੁੱਗ ਬੀਤ ਜਾਣ ਤੇ ਇੱਕ ਮਹਾਯੁੱਗ ਬਣਦਾ ਹੈ, ਤੇ ਇੱਕ ਮਹਾਯੁੱਗ ਦੀ ਕਰੀਬ ਉਮਰ ਹੈ 43,20,000 ਵਰੇ, ਇਹ ਬਣਦੀ ਹੈ। ਤੇ 71 ਮਹਾਯੁੱਗ ਬੀਤ ਜਾਣ ਤੇ ਇੱਕ ਮਨਵੰਤਰ ਬੀਤ ਜਾਂਦਾ ਹੈ। ਤੇ ਵਿਦਵਾਨਾਂ ਦੀ ਖੋਜ ਦੱਸਦੀ ਹੈ ਕਿ ਸ੍ਰਿਸ਼ਟੀ ਦੀ ਉਮਰ 6 ਮਨਵੰਤਰ ਤੇ 27 ਮਹਾਯੁੱਗ ਬੀਤ ਚੁੱਕੀ ਹੈ। ਮੌਜੂਦਾ ਮਹਾਯੁੱਗ 28ਵਾਂ ਬੀਤ ਰਿਹਾ ਹੈ ਵਿਦਵਾਨਾਂ ਦੇ ਅਨੁਸਾਰ। ਸੋ 28ਵੇਂ ਮਹਾਯੁੱਗ ਦੀ ਆਰੰਭਤਾ ਜਿਸ ਦਿਨ ਹੋਈ ਸੀ, ਜਿਸ ਦਿਨ ਪਹਿਲਾ ਦਿਨ ਲੱਗਾ ਸੀ ਸਤਯੁਗ ਦਾ, ਉਹ ਇਹ ਵਿਸਾਖੀ ਦਾ ਹੀ ਦਿਨ ਸੀ। ਸਤਯੁਗ ਦੀ ਆਰੰਭਤਾ ਵਿਸਾਖੀ ਦੇ ਦਿਨ ਤੋਂ ਹੋਈ ਹੈ। ਸੋ ਭਾਰਤ ਸੰਸਕ੍ਰਿਤੀ ਦਾ ਇਹ ਸਭ ਤੋਂ ਹੀ ਪੁਰਾਣਾ ਦਿਨ ਤੇ ਤਿਉਹਾਰ ਅਸੀਂ ਕਹਿ ਸਕਦੇ ਹਾਂ। ਇਹ ਤਿਉਹਾਰ ਕੇਵਲ ਪੰਜਾਬ ਵਿੱਚ, ਉੱਤਰੀ ਭਾਰਤ ਵਿੱਚ ਵਿਸਾਖੀ ਦੇ ਨਾਮ ਨਾਲ ਹੀ ਨਹੀਂ ਮਨਾਇਆ ਜਾਂਦਾ। ਇਹ ਤਿਉਹਾਰ ਤੇ ਪੂਰੇ ਭਾਰਤ ਵਿੱਚ ਅਲੱਗ-ਅਲੱਗ ਨਾਵਾਂ ਨਾਲ ਮਨਾਇਆ ਜਾਂਦਾ ਹੈ। ਬਿਕਰਮੀ ਸੰਮਤ ਦੇ ਨਵੇਂ ਸਾਲ ਦੇ ਵੀ ਖੁਸ਼ੀ ਵਿੱਚ ਬਹੁਤ ਹੀ ਉੱਚ ਪੱਧਰ 'ਤੇ ਗਾਣੇ ਵਜਾਣੇ ਨਾਲ ਪਿੰਡ ਮੇਲਿਆਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਵਿਸਾਖੀ ਵਾਲੇ ਦਿਨ ਹੀ ਰਾਜੇ ਵਿਕਰਮਾਦਿੱਤ ਨੇ ਉਜੈਨ ਦੀ ਗੱਦੀ 'ਤੇ ਬੈਠ ਕੇ ਆਪਣੇ ਨਾਮ ਤੋਂ ਬਿਕਰਮੀ ਸੰਮਤ ਦਾ ਇਹ ਨਾਮ ਜਾਰੀ ਕੀਤਾ ਸੀ ਤੇ ਉੱਥੋਂ ਵਿਕਰਮੀ ਸੰਮਤ ਸ਼ੁਰੂ ਹੋਈ। ਇਹ ਤਿਉਹਾਰ ਨਵੇਂ ਸਾਲ ਦੀ ਖੁਸ਼ੀ ਵਿੱਚ ਤੇ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਤਮਿਲਨਾਡੂ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਤੇ ਇੱਥੇ ਅਸੀਂ ਵਿਸਾਖੀ ਕਹਿੰਦੇ ਹਾਂ, ਪਰ ਉਹ ਲੋਕ ਸਾਰੇ ਉੱਥੇ ਇਸ ਨੂੰ ਚਿਤਰਾਈ ਪਿਰਾਵ ਜਾਂ ਚਤਰਾਰ ਪਿਰਾਵ ਦੇ ਨਾਮ ਨਾਲ ਪੁਕਾਰਦੇ ਹਨ। ਇਹਦੇ ਦੂਸਰੇ ਦਿਨ ਭਾਵ 14 ਅਪ੍ਰੈਲ ਨੂੰ ਇਹੀ ਤਿਉਹਾਰ ਨਵੇਂ ਸਾਲ ਦੀ ਖੁਸ਼ੀ ਵਿੱਚ ਬੰਗਾਲ ਵਿੱਚ ਤੇ ਨੇਪਾਲ ਵਿੱਚ ਮਨਾਇਆ ਜਾਂਦਾ ਹੈ। ਮਣੀਪੁਰ ਵਿੱਚ ਵੀ ਇਹੋ ਤਿਉਹਾਰ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਉੱਥੇ ਮਣੀਪੁਰ ਵਿੱਚ ਇਸ ਨੂੰ ਚੇਰੋਵਾ ਨਾਮ ਨਾਲ ਪੁਕਾਰਦੇ ਹਨ। ਤੇ ਹਿਮਾਚਲ ਪ੍ਰਦੇਸ਼ ਵਿੱਚ ਵਿਸਾਖੀ ਦਾ ਜੋਬਨ ਭਰਪੂਰ ਹੁੰਦਾ ਹੈ। ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਵਾਦੀਆਂ ਵਿੱਚ ਖਿਲਦੇ ਹਨ ਤੇ ਸਫੇਦ ਗੁਲਾਬ ਪਹਾੜਾਂ ਦੇ ਉੱਤੇ ਮਹਿਕ ਦਿੰਦਾ ਹੈ।
ਇਸ ਅਵਸਰ 'ਤੇ ਲੋਕ ਮੰਦਰ ਵਿੱਚ ਇਕੱਠਾ ਹੁੰਦੇ ਹਨ ਤੇ ਜਵਾਲਾਮੁਖੀ ਦੇਵੀ ਦੀ ਪੂਜਾ ਕਰਦੇ ਹਨ। ਇਸੇ ਵਿਸਾਖੀ ਦੇ ਅਵਸਰ 'ਤੇ ਲੋਕ ਆਸ-ਪਾਸ ਦੇ ਗਰਮ ਝਰਨਿਆਂ 'ਚ ਗਰਮ ਸਰੋਤਾਂ ਵਿੱਚ ਡੁਬਕੀ ਲਗਾਉਂਦੇ ਹਨ। ਇਹ ਪ੍ਰਥਾ ਹੈ। ਪਹਾੜੀ ਖੇਤਰਾਂ ਵਿੱਚ ਗੜਵਾਲ ਤੇ ਕੁਮਾਊਂ ਆਦਿ ਇਲਾਕਿਆਂ ਵਿੱਚ ਇਸ ਦਿਨ ਬਹੁਤ ਸ਼ਰਧਾ ਸੰਗ ਦੇਵੀ ਦੀ ਪੂਜਾ ਹੁੰਦੀ ਹੈ। ਪੂਰਬੀ ਸੀਮਾ ਦਾ ਪ੍ਰਦੇਸ਼ ਅਸਮ ਵਿੱਚ ਵੀ ਉੱਥੋਂ ਦੇ ਲੋਕ ਵਿਸਾਖੀ ਦੇ ਨਵੇਂ ਸਾਲ ਆਉਣ ਦੀ ਖੁਸ਼ੀ ਵਿੱਚ ਇਹ ਦਿਨ 7 ਦਿਨਾਂ ਤੱਕ ਮਨਾਉਂਦੇ ਹਨ ਤੇ ਉੱਥੋਂ ਦੇ ਲੋਕ ਇਸ ਨੂੰ ਰੰਗੋਲੀ ਬਿਹੂ ਜਾਂ ਬੋਹਾਗ ਬਿਹੂ ਕਹਿੰਦੇ ਹਨ। ਅਸਾਮ ਦੇ ਅਸਮੀਆ ਸਮਾਜ ਦੇ ਪੇਂਡੂ ਲੋਕ ਇਸ ਦਿਨ ਆਪਣੇ ਪਸ਼ੂਆਂ ਡੰਗਰਾਂ ਨੂੰ ਚੰਗਾ ਤੇ ਵਿਸ਼ੇਸ਼ ਤਰੀਕੇ ਦਾ ਤਿਆਰ ਕੀਤਾ ਹੋਇਆ ਚਾਰਾ ਪਾਉਂਦੇ ਹਨ। ਬੰਗਾਲ ਵਿੱਚ ਵੀ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਉੱਥੇ ਇਸ ਨੂੰ ਨੋਤੂਨ ਬੋਛੋਰ ਦੇ ਨਾਮ ਨਾਲ ਕਿਹਾ ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਗੰਗਾ ਜਾਂ ਦੂਸਰੀ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਹਨ ਤੇ ਆਪਣੇ ਆਪਣੇ ਘਰਾਂ ਨੂੰ ਤਰ੍ਹਾਂ ਤਰ੍ਹਾਂ ਦੀ ਸਜਾਵਟ ਤੇ ਰੰਗ ਬਿਰੰਗੀ ਰੰਗੋਲੀ ਨਾਲ ਸਜਾਉਂਦੇ ਹਨ। ਬਿਹਾਰ ਵਿੱਚ ਵਿਸਾਖੀ ਵਾਲੇ ਦਿਨ ਲੋਕ ਸਤੂਆ ਸੰਕ੍ਰਾਂਤੀ ਮਨਾਉਂਦੇ ਹਨ, ਜਿਹਨੂੰ ਕਈ ਲੋਕ ਸਤੂਆਣੀ ਵੀ ਕਹਿੰਦੇ ਹਨ। ਇਸੇ ਦਿਨ ਲੋਕ ਨਦੀ ਸਰੋਵਰ ਆਦਿ ਪਵਿੱਤਰ ਸਥਾਨਾਂ 'ਤੇ ਇਸ਼ਨਾਨ ਕਰਦੇ ਹਨ ਅਤੇ ਦਾਨ ਕਰਦੇ ਹਨ ਅਤੇ ਸੱਤੂ ਖਾਂਦੇ ਹਨ। ਨਾਮਧਾਰੀ ਪੰਥ ਵਿੱਚ ਵੀ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਪਹਿਲਾਂ ਤੋਂ ਇਹ ਪ੍ਰਥਾ ਤੋਰੀ ਤੇ ਇਹ ਕਿ ਵਿਸਾਖੀ ਵਾਲੇ ਦਿਨ ਸਵੇਰੇ ਆਸਾ ਜੀ ਦੀ ਵਾਰ ਤੋਂ ਬਾਅਦ ਭੋਗ ਪੈਣ ਤੋਂ ਬਾਅਦ ਜਲ ਨਾਲ ਛਰੀ ਦਾ ਬੀਜ ਖਾਣਾ ਹੈ। ਇਹਦੇ ਨਾਲ ਸਾਲ ਭਰ ਅਗਲੀ ਵਿਸਾਖੀ ਤੱਕ ਭਾਵ ਸਾਰੇ ਸਾਲ ਸੱਪ ਡੰਗ ਨਹੀਂ ਮਾਰ ਸਕਦਾ, ਡਸ ਨਹੀਂ ਸਕਦਾ। ਔਰ ਇਹ ਹੁਕਮ ਪਾਤਸ਼ਾਹ ਜੀ ਕੀਤਾ। ਔਰ ਸਤਿਗੁਰੂ ਜੀ ਆਪ ਵੀ ਇਹ ਬੀਜ ਛਕਦੇ ਹਨ ਤੇ ਸੰਗਤ ਨੂੰ ਵੀ ਛਕਾਉਂਦੇ ਹਨ, ਛਰੀ ਦਾ ਬੀਜ। ਹੋਰ ਮਹਾਰਾਸ਼ਟਰ ਵਿੱਚ ਵੀ ਇਸੇ ਦਿਨ ਤੇ ਇਸ ਦਿਨ ਤੋਂ ਕੁਝ ਕੁ ਦਿਨ ਪਹਿਲਾਂ ਹੀ ਇੱਕ ਬਹੁਤ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ, ਗੁੜੀ ਪਾੜਵਾ ਦਾ, ਜਿਸ ਦਾ ਨਾਮ ਹੈ। ਸੋ ਇਹ ਸਭ ਤੋਂ ਪੁਰਾਤਨ ਇੱਕ ਤਿਉਹਾਰ ਹੈ, ਇੱਕ ਧਾਰਮਿਕ ਪੱਖ ਹੈ ਇਸ ਦਾ, ਵਿਸਾਖੀ ਵਾਲੇ ਦਿਨ ਦਾ। ਆਓ ਹੁਣ ਇਤਿਹਾਸ ਦੇਖਦੇ ਹਾਂ। ਸਤਿਯੁਗ ਤੋਂ ਜਦੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੈ, ਇਹ ਦਿਨ ਦੀ ਕਿਤਨੀ ਮਹਾਨਤਾ ਆਈ ਹੈ। 18 ਪੁਰਾਣਾਂ ਵਿੱਚੋਂ ਇੱਕ ਬ੍ਰਹਮ ਪੁਰਾਣ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਅੱਜ ਦੇ ਦਿਨ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਅਤੇ ਅੱਜ ਦੇ ਦਿਨ ਤੋਂ ਹੀ ਦੇਵੀ ਦੇਵਤਿਆਂ ਨੇ ਸ੍ਰਿਸ਼ਟੀ ਚਲਾਉਣ ਦਾ ਕੰਮ ਸੰਭਾਲਿਆ ਸੀ। ਮਤਲਬ ਅੱਜ ਦੇ ਦਿਨ ਹੀ ਮਾਨਵ ਸ੍ਰਿਸ਼ਟੀ ਦੀ ਰਚਨਾ ਹੋਈ। ਅਥਰਵ ਵੇਦ ਵਿੱਚ ਵੀ ਇਸ ਦਾ ਵਰਣਨ ਮਿਲਦਾ ਹੈ ਅਤੇ ਇਹ ਦਰਜ ਹੈ ਕਿ ਅੱਜ ਦੇ ਦਿਨ ਪ੍ਰਜਾਪਤੀ ਦੀ ਸੋਨੇ ਦੀ ਮੂਰਤੀ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਸਤਪਥ ਬ੍ਰਾਹਮਣ ਵਿੱਚ ਵੀ ਇਹੋ ਹੀ ਹਵਾਲਾ ਦਿੱਤਾ ਗਿਆ। ਚੇਤਰ ਸੁਦੀ ਏਕਮ ਨੂੰ ਰੇਵਤੀ ਨਛੱਤਰ ਦੇ ਨਿਸ਼ਕੰਭ ਯੋਗ ਵਿੱਚ ਦਿਨ ਦੇ ਸਮੇਂ ਭਗਵਾਨ ਨੇ ਮਤਸਿਆ ਰੂਪ ਵਿੱਚ ਅਵਤਾਰ ਲਿਆ ਸੀ। ਇਹ ਵੀ ਵਿਸਾਖੀ ਵਾਲੇ ਦਿਨ। ਪੁਰਾਣਾ ਅਨੁਸਾਰ ਅੱਜ ਦੇ ਦਿਨ ਅਸ਼ਟ ਕਲਸ਼ ਬਣਾ ਕੇ ਉੱਪਰ ਬ੍ਰਹਮਾ ਜੀ ਦੀ ਮੂਰਤੀ ਬਣਾ ਕੇ ਓਮ ਬ੍ਰਹਮਟੇ ਨਮੈ ਮੰਤਰ ਨਾਲ ਬ੍ਰਹਮਾ ਜੀ ਦੀ ਪੂਜਾ ਕਰਕੇ ਗਾਇਤਰੀ ਮੰਤਰ ਨਾਲ ਹਵਨ ਕਰਕੇ ਨਵਾਂ ਸਾਲ ਮੰਗਲਮਈ ਹੁੰਦਾ ਹੈ। ਹਰਿਦੁਆਰ ਜਿਹੜਾ ਕੁੰਭ ਦਾ ਮੇਲਾ ਹੁੰਦਾ ਹੈ, ਉਹ ਵੀ ਵਿਸਾਖੀ ਵਾਲੇ ਦਿਨ ਹੀ ਹੁੰਦਾ ਹੈ। ਉਸ ਦੀ ਕਥਾ ਵੀ ਬਹੁਤ ਪੁਰਾਤਨ ਹੈ। ਕਹਿੰਦੇ ਨੇ ਧਨੰਦਰ ਜੀ ਅੰਮ੍ਰਿਤ ਵਾਲੇ ਘੜੇ ਨੂੰ ਲੈ ਨੱਠੇ ਤੇ ਜਾਂਦਿਆਂ ਜਾਂਦਿਆਂ ਰਾਹ ਵਿੱਚ ਸਾਹ ਲੈਣ ਵਾਸਤੇ ਉਹਨਾਂ ਨੇ 12 ਜਗ੍ਹਾ ਤੇ ਉਹ ਅੰਮ੍ਰਿਤ ਵਾਲਾ ਘੜਾ ਰੱਖਿਆ ਸੀ। 8 ਜਗ੍ਹਾ ਤਾਂ ਸਵਰਗ ਲੋਕ ਵਿੱਚ ਤੇ 4 ਜਗ੍ਹਾ ਮਾਤ ਲੋਕ ਵਿੱਚ। ਜਿਹੜੀਆਂ 4 ਜਗ੍ਹਾ ਮਾਤ ਲੋਕ ਵਿੱਚ ਸਨ ਉਹ ਹੈ ਹਰਿਦੁਆਰ, ਪ੍ਰਯਾਗ, ਉਜੈਨ ਤੇ ਨਾਸਿਕ। ਸੋ ਜਦੋਂ ਸੂਰਜ ਮੇਖ ਰਾਸ਼ੀ ਵਿੱਚ ਹੋਵੇ ਅਤੇ ਬ੍ਰਹਸਪਤੀ ਕੁੰਭ ਰਾਸ਼ੀ ਵਿੱਚ ਹੋਵੇ ਤਾਂ ਹਰਿਦੁਆਰ ਦਾ ਕੁੰਭ ਆਉਂਦਾ ਹੈ ਤੇ ਵਿਸਾਖੀ ਵਾਲੇ ਦਿਨ ਹੀ ਆਉਂਦਾ ਹੈ। ਸੋ ਬੌਧ ਧਰਮ ਤੋਂ ਤੁਸੀਂ ਸਾਰੇ ਵਾਕਿਫ ਹੋ। ਮਹਾਤਮਾ ਬੁੱਧ ਨੂੰ ਮੰਨਣ ਵਾਲੇ ਲੋਕ ਬੋਧੀ ਕਹਿਲਾਉਂਦੇ ਹਨ ਤੇ ਮਹਾਤਮਾ ਬੁੱਧ ਤੋਂ ਇਹ ਧਰਮ ਚੱਲਿਆ।
ਦੁਨੀਆ ਭਰ ਵਿੱਚ ਬੌਧ ਲੋਕ ਇਸ ਵਿਸਾਖੀ ਵਾਲੇ ਦਿਨ ਨੂੰ 2500 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਮਨਾਉਂਦੇ ਆ ਰਹੇ ਹਨ। ਈਸਾ ਸੰਮਤ ਤੋਂ 600 ਸਾਲ ਪਹਿਲਾਂ ਬੋਧ ਗਯਾ ਵਿੱਚ ਮਹਾਤਮਾ ਬੁੱਧ ਨਿਵਾਸ ਰੱਖਦੇ ਸਨ। ਉਹ ਪਰਮੇਸ਼ਵਰ ਦੀ ਭਗਤੀ ਵਿੱਚ ਲੀਨ ਲਿਵ ਲਾ ਕੇ ਉਸ ਨੂੰ ਸਿਮਰ ਰਹੇ ਸਨ ਤੇ ਉਸ ਨੂੰ ਪਾਹਣ ਦੀ ਖੁਆਇਸ਼ ਰੱਖ ਰਹੇ ਸਨ, ਕਿਉਂਕਿ ਆਪਣਾ ਰਾਜ ਭਾਗ ਛੱਡ ਆਏ ਸਨ। ਤੇ ਪਹਿਲਾ ਨਾਂ ਮਹਾਤਮਾ ਬੁੱਧ ਦਾ ਸਿਧਾਰਥ ਆਇਆ। ਆ ਕੇ ਰੁਵੇਲ ਬਨ ਦੇ ਵਿੱਚ ਨਿਰੰਜਰਾ ਨਦੀ ਦੇ ਕੰਢੇ ਜਦੋਂ ਬੈਠ ਕੇ ਇਕਾਂਤ ਵਿੱਚ ਸਮਾਧੀ ਲਾਈ ਤੇ ਪਰਮੇਸ਼ਵਰ ਤੋਂ ਪਰਮੇਸ਼ਵਰ ਪ੍ਰਾਪਤੀ ਲਈ ਅਰਜ਼ੋਈ ਕੀਤੀ, ਬਖਸ਼ਿਸ਼ ਹੋਵੇ। ਤੇ ਉਸ ਵੇਲੇ ਪਰਮਾਤਮਾ ਦੀ ਉਸ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਵਿਸਾਖੀ ਵਾਲੇ ਦਿਨ ਹੀ ਬੋਧ ਗਯਾ ਵਿੱਚ ਨਿਰੰਜਰਾ ਨਦੀ ਦੇ ਕੰਢੇ ਮਹਾਤਮਾ ਬੋਧ ਨੂੰ ਪਰਮੇਸ਼ਵਰ ਵੱਲੋਂ ਅਲੇਪ ਬੁੱਧੀ ਉਤਰੀ, ਜਿਸ ਨੂੰ ਗਿਆਨ ਕਹਿੰਦੇ ਹਨ। ਤੇ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਸੋ ਆਤਮਕ ਅਤੇ ਅਸਲੀਅਤ ਦੀ ਲਖਤਾ ਹੋ ਗਈ। ਤੇ ਫਿਰ ਇਹਨਾਂ ਨੇ ਸਾਰੀ ਦੁਨੀਆ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ। ਤਾਂ ਸੋ ਸਾਰੇ ਬੋਧੀ ਧਰਮ ਦੀ ਗਿਆਨ ਤੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਮਹਾਤਮਾ ਬੁੱਧ ਨੂੰ ਯਾਦ ਕਰਦੇ ਹੋਏ ਇਹ ਦਿਨ 2500 ਸਾਲਾਂ ਤੋਂ ਮਨਾ ਰਹੇ ਨੇ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਰਹਿਬਰ 1565 ਸੰਮਤ ਵਿੱਚ ਵਿਸਾਖੀ ਵਾਲੇ ਦਿਨ ਹੀ ਸੋਮਵਾਰ ਦਾ ਹਰਿਦੁਆਰ ਪਹੁੰਚੇ ਸਨ। ਤੇ ਹਰਿਦੁਆਰ ਜਾ ਕੇ ਜਦੋਂ ਸੱਚੇ ਪਾਤਸ਼ਾਹ ਉਹ ਪੰਡਤਾਂ ਦਾ ਭਰਮ ਦੂਰ ਕੀਤਾ ਜਿਹੜਾ ਉਹ ਸੂਰਜ ਵੱਲ ਨੂੰ ਜਲ ਵਿਸਰਜਨ ਕਰ ਰਹੇ ਸਨ, ਤੇ ਸਤਿਗੁਰਾਂ ਆਖਿਆ ਵੀ ਐਸੇ ਭਰਮ ਨਾ ਕਰੋ, ਇਹ ਪਾਣੀ ਇੱਥੇ ਦਾ ਇੱਥੇ ਹੀ ਰਹਿ ਜਾ ਰਿਹਾ ਹੈ ਤੇ ਤੁਹਾਡੇ ਪਿਤਰਾਂ ਨੂੰ ਕੁਛ ਨਹੀਂ ਪਹੁੰਚਦਾ। ਉਹਨਾਂ ਨੂੰ ਸੱਚਾ ਉਪਦੇਸ਼ ਕੀਤਾ ਸੀ। ਸੱਚੇ ਪਾਤਸ਼ਾਹ ਵਿਸਾਖੀ ਵਾਲੇ ਦਿਨ ਹੀ ਹਰਿਦੁਆਰ ਪਹੁੰਚੇ ਸਨ। ਅੱਗੇ ਹੋਰ ਦੇਖੋ ਇਤਿਹਾਸ। ਸਿੱਖ ਧਰਮ ਵਿੱਚ ਵਿਸਾਖੀ ਮਨਾਉਣ ਦੀ ਪਰੰਪਰਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਸੰਮਤ 1623 ਦੀ ਵਿਸਾਖੀ ਮਨਾ ਕੇ ਸ਼ੁਰੂ ਕੀਤੀ ਤੇ ਚਲਾਈ। ਵਿਸਾਖੀ ਦੇ ਨਾਲ ਇਸ ਮਹਾਨ ਦਿਨ ਤੇ ਇੱਕ ਮਹਾਭਾਰਤ ਕਾਲ ਦਾ ਵੀ ਇੱਕ ਪ੍ਰਸੰਗ ਜੁੜਿਆ ਹੋਇਆ ਹੈ। ਜਦੋਂ ਪਾਂਡਵ ਜੂਏ ਵਿੱਚ ਸਭ ਕੁਝ ਹਾਰ ਗਏ ਤੇ ਉਹਨਾਂ ਨੂੰ ਬਨਵਾਸ ਮਿਲਿਆ ਅਗਿਆਤਵਾਸ ਰਹਿਣ ਲਈ, ਤੇ ਇੱਕ ਵਾਰੀ ਦ੍ਰੋਪਦੀ ਨੇ ਇੱਛਾ ਜ਼ਾਹਰ ਕੀਤੀ ਇਸ਼ਨਾਨ ਕਰਨ ਦੀ, ਤੇ ਉਦੋਂ ਪੰਜੋਂ ਪਾਂਡਵਾਂ ਨੇ ਮਿਲ ਕੇ ਤੇ ਪਿੰਜੋਰ ਵਿੱਚ ਧਾਰਾ ਮੰਡਲ ਦਾ ਨਿਰਮਾਣ ਕਰਵਾਇਆ ਸੀ। ਇਹ ਵੀ ਵਿਸਾਖੀ ਵਾਲੇ ਦਿਨ ਹੋਇਆ ਸੀ। ਅੱਗੇ ਹੋਰ ਇਤਿਹਾਸ ਦੇਖੋ। ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ ਭਾਈ ਰਾਮ ਕੋਇਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦਾ ਤਿਲਕ ਸੰਮਤ 1733 ਦੀ ਵਿਸਾਖੀ ਵਾਲੇ ਦਿਨ ਹੀ ਦਿੱਤਾ ਸੀ। ਸੰਮਤ 1752 ਦੀ ਵਿਸਾਖੀ ਨੂੰ ਹੀ ਹਰਿਦੁਆਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਜਨਤਾ ਨੂੰ ਜੀ ਦਾਨ ਬਖਸ਼ਿਆ। ਸਿੱਖ ਧਰਮ ਵਿੱਚ ਵੀ ਇਹ ਤਿਉਹਾਰ ਵਿਸਾਖੀ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਰਪਾਨ ਜੋ ਹਵਨ ਕਰਨ ਸਮੇਂ ਸ਼ਕਤੀ ਨੇ ਪ੍ਰਗਟ ਹੋ ਕੇ ਦਿੱਤੀ ਸੀ, ਇਸੇ ਦਿਨ ਹੀ ਗਰੀਬਾਂ ਤੇ ਮਾੜਿਆਂ ਦੀ ਰੱਖਿਆ ਲਈ, ਜ਼ੁਲਮਾਂ ਦਾ ਸਾਹਮਣਾ ਕਰਨ ਲਈ ਤੇ ਆਪਣੇ ਬਣਾਏ ਹੋਏ ਕਾਰਜ ਪ੍ਰਤੀ ਸੱਚੇ ਪਾਤਸ਼ਾਹ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਅੰਮ੍ਰਿਤ ਤਿਆਰ ਕਰਕੇ ਤੇ 5 ਪਿਆਰੇ ਸਾਜ ਕੇ ਤੇ ਉਹਨਾਂ ਦੇ ਵਿੱਚ ਸਿੱਖੀ ਦੀ ਸਪਿਰਿਟ ਭਰ ਦਿੱਤੀ। ਸਾਡੇ ਦਾਦਾ ਜੀ ਪੜ੍ਹਦੇ ਹੁੰਦੇ ਸਨ, ਕਹਿੰਦੇ ਸਨ, ਜ਼ੁਲਮ ਦੇ ਮਿਟਾਵਣੇ ਤੇ ਪੰਥ ਦੇ ਸਜਾਵਣੇ ਨੂੰ ਲੈ ਕੇ ਦਰਗਾਹੋਂ ਆਇਆ ਅੰਮ੍ਰਿਤ ਦੀ ਦਾਤ ਨੂੰ ਦੇਵਪੁਰੀ ਵਿੱਚ ਕੀਤਾ ਮੰਗਲ ਦਿਓਤਿਆਂ ਨੇ ਤੇ ਲੱਗ ਗਿਆ ਭਾਗ ਸੁੱਤੀ ਹਿੰਦ ਦੀ ਬਰਾਤ ਨੂੰ। ਸੋ ਸਾਰਾ ਸਿੱਖ ਸਮਾਜ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਵਿਸਾਖੀ ਵਾਲੇ ਦਿਨ ਨੂੰ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ, ਲੰਗਰ ਕਰਾ ਕੇ ਤੇ ਇਸ ਦਿਨ ਨੂੰ ਬੜੇ ਉਤਸ਼ਾਹ ਤੇ ਚਾਅ ਦੇ ਨਾਲ ਮਨਾਉਂਦਾ ਹੈ। ਉਹ ਇੱਕੋ ਕਹਾਵਤ ਵੀ ਹੈ ਨਾ, ਜਨਮ ਦਿਹਾੜਾ ਖਾਲਸੇ ਦਾ ਕਰ ਲਓ ਤਿਆਰੀ, ਬੱਚਾ ਬੱਚਾ ਪੰਥ ਦਾ ਬਣੇ ਅੰਮ੍ਰਿਤਧਾਰੀ। ਅੱਗੇ
ਹੋਰ ਇਤਿਹਾਸ ਦੇ ਅਲੱਗ-ਅਲੱਗ ਪੱਖ ਦੇਖੋ ਇਸ ਦਿਨ ਦੀ ਮਹਾਨਤਾ ਦੇ। ਭਾਈ ਮਣੀ ਸਿੰਘ ਜੀ ਨੇ ਸੰਮਤ 1776 ਵਾਲੇ ਦਿਨ ਹੀ ਅੰਮ੍ਰਿਤਸਰ ਸਰੋਵਰ ਵਿਖੇ ਖਾਲਸੇ ਪੰਥ ਅਤੇ ਬੰਦਈ ਸਿੰਘਾਂ ਵਿਚਾਲੇ ਹੋਏ ਝਗੜੇ ਨੂੰ ਮੁਕਾਇਆ ਸੀ। ਵਿਸਾਖੀ ਵਾਲੇ ਦਿਨ ਹੀ ਸਿੱਖ ਰਾਜ ਜਿਹੜਾ 12 ਮਿਸਲਾਂ ਵਿੱਚ ਸੀ, ਇਹਨਾਂ ਵਿੱਚੋਂ ਇੱਕ ਮਿਸਲ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਨਾਲ ਜੰਗ ਕੀਤਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਨੂੰ ਅਫਗਾਨਿਸਤਾਨ ਨਾਲ ਮਿਲਾਉਣਾ ਚਾਹੁੰਦਾ ਸੀ, ਉਹਨੂੰ ਮੂੰਹ ਤੋੜ ਜਵਾਬ ਦੇਣ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ 13 ਅਪ੍ਰੈਲ 1749 ਨੂੰ ਖਾਲਸਾ ਦਲ ਦਾ ਗਠਨ ਕੀਤਾ ਤੇ ਸਿੱਖਾਂ ਵਿੱਚ ਇੱਕ ਜੈਕਾਰਾ ਪ੍ਰਚਲਿਤ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਚਲਿਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤਾ ਸਿੱਖ ਰਾਜ ਵਿੱਚ, ਔਰ ਸਿੱਖ ਰਾਜ ਵਿੱਚ ਇਹਨਾਂ ਨੂੰ ਧਰਮਵੀਰ ਸਰਦਾਰ ਜੱਸਾ ਸਿੰਘ ਆਹਲੂਵਾਲੀ ਸੱਦਿਆ ਜਾਂਦਾ ਹੈ। ਔਰ ਇਸ ਹਿੰਮਤ ਦਾ ਕੀ ਅਸਰ ਹੋਇਆ, ਅਹਿਮਦ ਸ਼ਾਹ ਅਬਦਾਲੀ ਜਿਹੜਾ ਮੁਕਾਬਲਾ ਕੀਤਾ ਉਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਅਫਗਾਨਿਸਤਾਨ ਨਾਲ ਤੇ ਨਹੀਂ ਮਿਲਿਆ, ਸਗੋਂ ਅਫਗਾਨਿਸਤਾਨ ਵਿੱਚ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਹੋ ਗਈ। ਸੋ ਇਸ ਖਾਲਸਾ ਦਲ ਦੇ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਬਣੇ। ਸੰਮਤ 1813 ਦੇ ਘੱਲੂਘਾਰੇ ਪਿੱਛੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਰਾਖੀ ਲਈ ਰਾਮ ਰੌਣੀ ਦਾ ਕਿਲ੍ਹਾ ਉਸਾਰ ਕੇ ਸੰਮਤ 1804 ਦੀ ਵਿਸਾਖੀ ਵਾਲੇ ਦਿਨ ਹੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਇਸ ਦਾ ਪ੍ਰਬੰਧ ਸੰਭਾਲਿਆ ਤੇ ਪ੍ਰਬੰਧ ਦੇ ਦਿੱਤਾ ਗਿਆ। ਅੱਗੇ ਦੇਖੋ, ਪਾਣੀਪਤ ਦੀ ਤੀਸਰੀ ਲੜਾਈ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਹਜੇ ਹਿੰਦੁਸਤਾਨ ਵਿੱਚ ਹੀ ਸੀ। ਸੋ ਸੰਮਤ 1818 ਦੀ ਵਿਸਾਖੀ ਵਾਲੇ ਦਿਨ ਹੀ ਸਿੰਘਾਂ ਨੇ ਲਾਹੌਰ ਜਿੱਤਣ ਦਾ ਫੈਸਲਾ ਕੀਤਾ ਸੀ। ਸਿੰਘਾਂ ਨੇ ਲਾਹੌਰ ਤੇ ਕਬਜ਼ਾ ਕਰਕੇ ਸਰਦਾਰ ਜੱਸਾ ਸਿੰਘ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਫਿਰ ਸੰਮਤ 1820 ਦੀ ਵਿਸਾਖੀ ਵਾਲੇ ਦਿਨ ਹੀ ਕਸੂਰ ਨੂੰ ਸੋਧ ਕੇ ਜ਼ਾਲਮਾਂ ਹੱਥੋਂ ਖੋਹ ਕੇ ਗਰੀਬ ਬ੍ਰਾਹਮਣ ਦੀ ਇਸਤਰੀ ਉਸ ਦੇ ਹਵਾਲੇ ਕੀਤੀ ਸੀ। ਸੰਮਤ 1830 ਦੀ ਵਿਸਾਖੀ ਵਾਲੇ ਦਿਨ ਹੀ ਲਾਹੌਰ ਕੋਤਵਾਲ ਭਾਈ ਸ਼ਹਬਾਜ਼ ਸਿੰਘ ਰਾਹੀ ਨਵਾਬੀ ਖਿੱਲਤ ਤੇ ਜਗੀਰ ਦਾ ਪਟਾ ਸਮੇਂ ਦੀ ਹਕੂਮਤ ਵੱਲੋਂ ਖਾਲਸਾ ਪੰਥ ਨੂੰ ਭੇਟਾ ਕੀਤਾ ਗਿਆ, ਜੋ ਪੱਖਾ ਚੱਲ ਰਹੇ ਭਾਈ ਕਪੂਰ ਸਿੰਘ ਨੂੰ ਦਿੱਤਾ ਗਿਆ। ਇਤਿਹਾਸ ਦੱਸਦਾ ਹੈ ਕਿ ਸਿੱਖ ਰਾਜ ਦਾ ਪ੍ਰਤਾਪੀ ਤੇ ਜਜ਼ਬੇਦਾਰ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦ ਲਾਹੌਰ ਤੇ ਆਪਣਾ ਕਬਜ਼ਾ ਕੀਤਾ, ਸਿੱਖ ਰਾਜ ਦਾ ਝੰਡਾ ਝੁਲਾਇਆ। ਜਦੋਂ ਲਾਹੌਰ ਤੇ ਜਿੱਤ ਪ੍ਰਾਪਤ ਕੀਤੀ ਤੇ ਵਿਸਾਖੀ ਵਾਲਾ ਦਿਨ ਹੀ ਨਿਯਤ ਕੀਤਾ ਗਿਆ ਕਿ ਵਿਸਾਖੀ ਵਾਲੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਹੋਣਾ ਚਾਹੀਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠਿਆਂ ਕਰਕੇ ਤੇ 12 ਮਿਸਲਾਂ ਖਤਮ ਕਰਕੇ ਸਿੱਖ ਰਾਜ ਕਾਇਮ ਕੀਤਾ। ਹੋਰ ਆਰੀਆ ਸਮਾਜ ਤੋਂ ਤੁਸੀਂ ਸਾਰੇ ਵਾਕਿਫ ਹੋ। ਇਸ ਦੇ ਸੰਚਾਲਕ ਤੇ ਸੰਸਥਾਪਕ ਸਵਾਮੀ ਦਇਆਨੰਦ ਸਰਸਵਤੀ ਜੀ ਹੋਏ ਨੇ। ਉਹਨਾਂ ਨੇ 1875 ਵਿੱਚ ਵਿਸਾਖੀ ਵਾਲੇ ਦਿਨ ਹੀ ਮੁੰਬਈ ਦੇ ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ, ਜਿੱਥੋਂ ਇਹ ਸਮਾਜ ਚੱਲਿਆ ਤੇ ਅੱਜ ਬਹੁਤ ਫੈਲਾਅ ਵਿੱਚ ਫੈਲਿਆ ਹੋਇਆ ਹੈ, ਆਪਣਾ ਪ੍ਰਚਾਰ ਕਰ ਰਿਹਾ ਹੈ ਤੇ ਆਪਣੇ ਸਵਾਮੀ ਦਇਆਨੰਦ ਸਰਸਵਤੀ ਜੀ ਦੇ ਚਲਾਏ ਹੋਏ ਰਾਹਾਂ ਤੇ ਚੱਲ ਰਿਹਾ ਹੈ। ਸੋ ਵਿਸਾਖੀ ਵਾਲੇ ਦਿਨ ਹੀ ਸੰਮਤ 1856 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਦ ਧਾਰਨ ਕਰਨ ਤੋਂ ਬਾਅਦ ਨਾਨਕ ਸ਼ਾਹੀ ਸਿੱਕਾ ਚਲਾਇਆ। ਸੋ ਅੱਗੇ ਇਤਿਹਾਸ ਦੇਖੀਏ। ਸੰਮਤ 1833 ਦੀ ਵਿਸਾਖੀ ਵਾਲੇ ਦਿਨ ਹੀ ਭਾਈ ਕਰਮ ਸਿੰਘ ਨੇ ਜਮਨਾ ਕੰਢੇ ਥਾਣਾ ਭਵਨ ਵਿਖੇ ਜਾਬਤ ਖਾਂ ਤੇ ਉਸ ਦੇ ਪੁੱਤਰ ਗੁਲਾਮ ਕਾਦਰ ਰੁਹੇਲੇ ਨੂੰ ਅੰਮ੍ਰਿਤ ਛਕਾਇਆ ਸੀ। ਸੰਮਤ 1873 ਦੀ ਵਿਸਾਖੀ ਵਾਲੇ ਦਿਨ ਹੀ ਟਿੱਕਾ ਖੜਗ ਸਿੰਘ ਨੂੰ ਯੁਵਰਾਜਗੀ ਦਾ ਤਿਲਕ ਦਿੱਤਾ ਗਿਆ ਸੀ ਤੇ ਸੰਮਤ 1880 ਨੂੰ ਹੀ ਵਿਸਾਖੀ ਵਾਲੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਨੇ
ਧਿਆਨ ਸਿੰਘ ਡੋਗਰੇ ਨੂੰ ਰਜਾਏ ਰਾਜਗਾਨ ਅਤੇ ਰਜਾਏ ਹਿੰਦ ਪਤ ਦੀ ਉਪਾਧੀ ਨਾਲ ਨਿਵਾਜਿਆ। ਸੋ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਸੰਸਾਰ ਨੂੰ ਤਾਰਨ ਲਈ ਅਵਤਾਰ ਲਿੱਤਾ ਤੇ ਸ਼੍ਰੀ ਸਤਿਗੁਰੂ ਵਿਸਾਖੀ ਵਾਲੇ ਦਿਨ ਹੀ 1914 ਨੂੰ ਮੁੜ ਖਾਲਸਾ ਪੰਥ ਨੂੰ ਸੁਰਜੀਤ ਕੀਤਾ ਤੇ ਮੁੜ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਨਾਮਧਾਰੀ ਪੰਥ ਨੂੰ ਨੀਂਹ ਰੱਖੀ, ਸਥਾਪਨਾ ਕੀਤੀ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ। ਇਸ ਵਿਸਾਖੀ ਵਾਲੇ ਦਿਨ ਦੇ ਕੁਝ ਤੱਥ ਹੋਰ ਵੀ ਹਨ ਜਿਹੜੇ ਦਿਲ ਨੂੰ ਹੈਰਾਨ ਤੇ ਉਦਾਸ ਵੀ ਕਰਦੇ ਹਨ। ਇਸੇ ਦਿਨ 13 ਅਪ੍ਰੈਲ 1919 ਨੂੰ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਦੇ ਚਲਾਏ ਰੌਲੈਟ ਐਕਟ ਦੀ ਲਈ ਆਵਾਜ਼ ਉਠਾਈ ਸੀ। ਇਸੇ ਹੀ ਦਿਨ ਸੋ ਉਸੇ ਆਵਾਜ਼ ਉਠਾਈ ਤੋਂ ਅੰਗਰੇਜ਼ਾਂ ਨੇ ਪੂਰੇ ਦੇਸ਼ ਦੇ ਵਿੱਚ ਸੁਤੰਤਰਤਾ ਦੇ ਹਮਾਇਤੀ ਨੇਤਾਗਣਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇੱਕ ਹੋਰ ਕਾਲਾ ਪੰਨਾ ਇਸ ਦਿਨ ਨੂੰ ਯਾਦ ਕਰਾਉਂਦਾ ਹੈ, ਉਹ ਹੈ 13 ਅਪ੍ਰੈਲ 1919 ਵਾਲੇ ਦਿਨ ਜਲਿਆਂਵਾਲੇ ਬਾਗ ਦੇ ਵਿੱਚ ਬਹੁਤ ਤਾਦਾਦ ਵਿੱਚ ਭੀੜ ਇਕੱਤਰ ਹੋਈ ਸੀ ਭਾਸ਼ਣ ਤੇ ਵਿਚਾਰ ਸੁਣਨ। ਸਭ ਬਗੈਰ ਅਸਤਰ ਸ਼ਸਤਰ ਤੋਂ ਸਨ। ਇਸ ਮੌਕੇ ਦਾ ਫਾਇਦਾ ਚੁੱਕਿਆ ਅੰਗਰੇਜ਼ੀ ਹਕੂਮਤ ਤੇ ਕੁਖਿਆਤ ਜਰਨਲ ਰੈਜੀਨਾਲਡ ਐਡਵਰਡ ਵੈਰੀ ਡਾਇਰ ਨੇ ਇਸ ਥਾਂ ਤੇ ਪੁੱਜ ਕੇ ਨਿਹੱਥੇ ਲੋਕਾਂ ਉੱਤੇ ਅੰਧਾ ਧੁੰਦ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਲੋਕ ਹਫੜਾ ਦਫੜੀ ਵਿੱਚ ਇੱਧਰ ਉੱਧਰ ਹੋਣ ਪਰ ਜਾਣ ਕਿੱਥੇ। ਜਿਸ ਰਾਹੋਂ ਬਾਹਰ ਲੰਘਣਾ ਸੀ ਉੱਥੇ ਤੇ ਗੋਲੀਆਂ ਵਰ ਰਹੀਆਂ ਸਨ। ਇੱਕ ਪਾਸੇ ਇਮਾਰਤਾਂ ਘਰਾਂ ਦੀਆਂ ਉੱਚੀਆਂ ਉੱਚੀਆਂ ਕੰਧਾਂ ਸਨ, ਕਿਵੇਂ ਲੰਘਾ ਹੋਵੇ, ਅਤੇ ਇੱਕ ਪਾਸੇ ਖੂਹ। ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਡੁੱਬ ਕੇ ਮਰ ਗਏ, ਕਈ ਜ਼ਖਮੀ ਹੋਏ। ਡਾਇਰ ਤੇ ਉਹਦੀ ਸੈਨਾ ਨੇ ਬੇਰਹਿਮੀ ਨਾਲ ਨਿਹੱਥੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। 385 ਜਾਂ 90 ਲੋਕ ਗੋਲੀਆਂ ਨਾਲ ਮਰੇ ਤੇ 1516 ਜਾਂ 1520 ਦੇ ਲਗਭਗ ਘਾਇਲ ਹੋਏ। ਏਡਾ ਵੱਡਾ ਦਿਲ ਨੂੰ ਥਰਥਰਾਉਣ ਵਾਲਾ ਇਤਿਹਾਸ ਬਣਿਆ। ਇਸ ਪ੍ਰਕਾਰ ਵਿਸਾਖੀ ਸੁਤੰਤਰਤਾ ਸੰਗਰਾਮ ਦਾ ਵੀ ਪ੍ਰਤੀਕ ਬਣ ਗਈ। ਪੰਜਾਬ ਵਿੱਚ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿੱਚ ਜਾ ਕੇ ਲੋਕ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਤੇ ਸ਼ਰਧਾਂਜਲੀ ਭੇਟ ਕਰਦੇ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਦਮਨ ਅਤੇ ਅਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ। ਸੋ ਕੁੱਲ ਮਿਲਾ ਕੇ ਵਿਸਾਖੀ ਕੁਝ ਖੁਸ਼ੀਆਂ, ਕੁਝ ਕੁ ਦਰਦ, ਕੁਝ ਘਟਨਾਵਾਂ, ਕੁਝ ਦੇਸ਼ ਦੀਆਂ, ਕੁਝ ਪ੍ਰੇਮ ਦੀਆਂ, ਕੁਝ ਰੰਗ ਉਤਸਵ ਦੀਆਂ, ਕੁਝ ਭਾਈਚਾਰੇ ਦੀਆਂ, ਕੁਝ ਅੰਦਰੂਨੀ ਭਾਵਨਾਵਾਂ ਦੀਆਂ ਯਾਦਾਂ ਸਾਲ ਪਰ ਸਾਲ ਨਾਲ ਲੈ ਕੇ ਆਉਂਦੀ ਹੈ। ਸੋ ਇਹ ਸਾਡਾ ਸਭ ਤੋਂ ਪੁਰਾਤਨ ਤੇ ਪਹਿਲਾ ਇੱਕ ਤਿਉਹਾਰ ਹੈ ਜਿਹਦੇ ਧਾਰਮਿਕ ਪੱਖ ਵੀ ਅਨੇਕਾਂ ਹਨ, ਉਹ ਜਿਹਦੇ ਗ੍ਰੰਥਾਂ ਦੇ ਵਿੱਚ ਵੀ ਇਤਨੇ ਜ਼ਿਆਦਾ ਵੇਰਵੇ ਆਏ ਹਨ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ